ਇਹ ਦੇਸ਼ ਦੀ ਧਰਤੀ ਚੰਡੀਗੜ੍ਹ ਦੀ ਪੰਜਾਬ ਦੇ ਪਿੰਡਾਂ ਤੇ ਵਸੀ ਹੋਈ ਏਕੀ ਪਾਉਂਦੀ ਹੈ ਝਾਤ ਤੇ ਕਿਹਨੂੰ ਕਿਹਨੂੰ ਕਰਦੀ ਹੈ ਮਾਤ। ਵਿਦੇਸ਼ਾਂ ਦੇ ਵਿੱਚ ਇਹੋ ਜਿਹੀ ਧਰਤੀ ਹੈ, ਇਹੋ ਜਿਹੇ ਦਰਖਤ ਨੇ, ਲੇਕਿਨ ਇਹੋ ਜਿਹਾ ਪੌਣ ਪਾਣੀ ਤੇ ਆਬੋ ਹਵਾ ਜਿਹੜਾ ਬਦਲਦਾ ਵੀ ਰਹਿੰਦਾ, ਆਉਂਦਾ ਵੀ ਰਹਿੰਦਾ ਤੇ ਜਾਂਦਾ ਵੀ ਰਹਿੰਦਾ। ਇਸ ਸੋਹਣੇ ਦੇਸ਼ ਦੀ ਧਰਤੀ ਦੇ ਉੱਤੇ ਜਿਹੜਾ ਵਸਿਆ ਪੰਜਾਬ ਦੀ ਧਰਤੀ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਦਿਨ ਰਾਤ ਤੇ ਆਪਣੇ ਦੇਸ਼ ਦੇ ਸਿਸਟਮ ਦੀ ਔਕਾਤ। ਚਲਦੇ ਹਾਂ ਆਪਣੀ ਗੱਲ ਕਰਨ ਲਈ, ਕਹਿਣ ਲਈ ਤੇ ਸੁੰਨੀਆਂ ਪਗਡੰਡੀਆਂ ਦੀ ਜਿਹੜੀ ਹੈ ਰਾਹ, ਕਿਤੇ ਹਰਿਆਵਲ ਤੇ ਕਿਤੇ ਚਾਹ। ਹਵਾਵਾਂ ਦੇ ਬੌਂਡ, ਹਰਿਆਵਲ ਦੇ ਬੌਂਡ, ਮੌਸਮ ਦੇ ਬੌਂਡ ਤੇ ਇਹ ਬੌਂਡ ਜਿਹੜੇ ਨੇ ਰਿਲੇਸ਼ਨਸ਼ਿਪ ਦੇ ਬੌਂਡ ਤੇ ਕਿਵੇਂ ਤੇ ਕਿਸ ਤਰ੍ਹਾਂ ਚੱਲਦੇ ਨੇ, ਇਹ ਕਿਵੇਂ ਕਿਸ ਹਿਸਾਬ ਨਾਲ ਰੁਕਦੇ ਨੇ, ਇਹ ਅੱਜ ਗੱਲ ਕਰਦੇ ਹਾਂ ਡਾਕਟਰ ਕਨੂ ਜੀ ਨਾਲ, ਜਿਹੜੇ ਅੱਜ ਵਾਈਟ ਸਾੜੀ ਪਹਿਨ ਕੇ ਸ਼ਾਂਤੀ ਦਾ ਪੈਗਾਮ ਦੇ ਰਹੇ ਨੇ ਤੇ ਦੇਸ਼ ਲਈ ਕੀ ਕਹਿੰਦੇ ਨੇ। ਜਿਹੜੇ ਮਾਨਯੋਗ ਸੁਪਰੀਮ ਕੋਰਟ ਨੇ ਇਲੈਕਟਰਲ ਬੌਂਡ ਜਿਹੜੇ ਨੇ ਉਹਨਾਂ ਦੇ ਉੱਤੇ ਇੱਕ ਫਰਮਾਨ ਕੀਤਾ, ਉਹ ਫਰਮਾਨ ਕਿਵੇਂ ਤੇ ਕਿਸ ਹਿਸਾਬ ਦਾ ਕੀਤਾ ਸਮਝਣ ਦਾ ਯਤਨ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇਹ ਜਿਹੜੇ ਇਲੈਕਟਰਲ ਬੌਂਡ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਜੋ ਇਹਨੂੰ ਕਿਹਾ ਜਾ ਸਕਦਾ ਹੈ ਹੰਟਰ ਕਿਹਾ ਜਾ ਸਕਦਾ ਹੈ, ਕੋਈ ਲੋਕਾਂ ਦੀ ਸ਼ਬਦਾਵਲੀ ਦੇ ਵਿੱਚ ਕੋਈ ਲੋਕਾਂ ਨੂੰ ਇਹ ਸਮਝ ਲੱਗੀ ਹੈ ਕਿ ਕੌਂਸਟੀਟਿਊਸ਼ਨ ਜਿਹੜਾ ਉਹਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ। ਕੁਝ ਲੋਕਾਂ ਨੇ ਇਹ ਕਿਹਾ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਇੱਜ਼ਤ ਮਾਨ ਸਵੈਮਾਨ ਨੂੰ ਬਚਾਉਣ ਦਾ ਯਤਨ ਕੀਤਾ ਤੇ ਇੱਦਾਂ ਦੀਆਂ ਕਈ ਹੋਰ ਗੱਲਾਂ ਆਈਆਂ ਜਿਨ੍ਹਾਂ ਦੇ ਵਿੱਚ ਤੁਸੀਂ ਕਿਵੇਂ ਸੋਚਦੇ ਹੋ ਤੇ ਤੁਹਾਡੀ ਪ੍ਰਤੀਕਿਰਿਆ ਕੀ ਆ? ਸਰ, ਸਭ ਤੋਂ ਪਹਿਲਾਂ ਤਾਂ ਇੱਕ ਇਤਿਹਾਸਿਕ ਦਿਨ ਸੀ ਕੱਲ੍ਹ। ਸਾਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਮਾਨਨੀय ਸੁਪਰੀਮ ਕੋਰਟ ਨੇ ਜਿਹੜਾ ਹੈ ਇਹ ਇੱਕ ਬਹੁਤ ਇਤਿਹਾਸਿਕ ਫੈਸਲਾ ਦਿੱਤਾ। ਹਿਸਟੋਰੀਕਲ ਵਰਡਿਕਟ ਹੈ ਕਹੀ ਜਾਏਗੀ ਇਹ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਯਾਦ ਕੀਤਾ ਜਾਏਗਾ ਕਿਉਂਕਿ ਇਹ ਬਹੁਤ ਵੱਡਾ ਝਟਕਾ ਹੈ ਜਿਹੜੀ ਸਰਕਾਰ ਹੈ ਬੀਜੇਪੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ, ਉਹਦੇ ਲਈ ਬਹੁਤ ਵੱਡਾ ਝਟਕਾ ਹੈ। ਰੀਜ਼ਨ ਇਹ ਕਿ ਪੋਲੀਟੀਕਲ ਫੰਡਿੰਗ ਦੇ ਨਾਮ ਤੇ ਜਿਹੜਾ ਇਲੀਗਲ ਪੈਸਾ ਪਾਰਟੀ ਵਾਲੇ ਖੁਦ ਆਪਣੀ ਜੇਬ ਦੇ ਵਿੱਚ ਤੇ ਪਾਰਟੀ ਫੰਡਿੰਗ ਦੇ ਨਾਮ ਤੇ ਜਾਂ ਪਾਰਟੀ ਇਲੈਕਸ਼ਨਸ ਲੜਨ ਦੇ ਨਾਮ ਤੇ ਜਿਹੜੀ ਯੂਜ਼ ਕਰ ਰਹੀ ਸੀ, ਇਹ ਕਹਿ ਕੇ ਕਿ ਅਸੀਂ ਬਲੈਕ ਮਨੀ ਨੂੰ, ਕਾਲੇ ਧਨ ਨੂੰ ਕਿਤੇ ਡਾਇਵਰਟ ਕਰ ਰਹੇ ਹਾਂ ਜਾਂ ਡਾਇਵਰਜਨ ਆਫ ਫੰਡਸ ਹੋ ਰਿਹਾ। ਇਸ ਜਿਹੜੀ ਸਾਰੀ ਧਾਂਦਲੀ ਹੈ ਜਿਹੜਾ ਇਹ ਕਰ ਰਹੀ ਹੈ ਬੀਜੇਪੀ, ਉਹਨੂੰ ਐਕਸਪੋਜ਼ ਕੀਤਾ ਗਿਆ ਹੈ ਜੀ। ਜਸਟਿਸ ਚੰਦਰਚੂੜ ਜੀ ਇਹ ਜਿਹੜੀ ਜਜਮੈਂਟ ਆਈ ਹੈ ਅਲੋਂਗ ਵਿਦ ਅਦਰ 4 ਜੱਜਿਸ, ਇਹ ਮੈਨੂੰ ਲੱਗਦਾ ਬਹੁਤ ਹੀ ਵਧੀਆ ਵੈਲਕਮ ਸਟੈਪ ਹੈ। ਇਹ ਜਿਹੜਾ ਇੱਕ ਨਵਾਂ ਰੋਡ ਮੈਪ ਹੈ ਟੂਵਰਡਸ ਕਰਪਸ਼ਨ ਫਰੀ ਜੁਡੀਸ਼ਰੀ। ਸਭ ਤੋਂ ਪਹਿਲਾਂ ਮੈਂ ਇਹ ਕਹੂੰਗੀ ਕਿਉਂਕਿ ਬੜਾ ਬਰੇਵ ਸਟੈਪ ਹੈ। ਮੈਨੂੰ ਲੱਗਦਾ ਜੱਜਿਸ ਦਾ ਇਹ ਬੋਲਡ ਬਰੇਵ ਸਟੈਪ ਲੈਣਾ ਬਹੁਤ ਅੱਛੀ ਡਾਇਰੈਕਸ਼ਨ ਦੇ ਵਿੱਚ ਜਾਏਗਾ। ਇਹ ਉਹਨਾਂ ਦੇਖੋ ਸਦੀ ਦੇ ਵਿੱਚ ਚਲੇ ਜਾਂਦੇ ਹਾਂ ਅਸੀਂ, ਜਦੋਂ ਐਕਚੁਅਲੀ ਦੇ ਵਿੱਚ 80s ਦੇ ਵਿੱਚ ਜਦੋਂ PIL ਕਲਚਰ ਤੁਹਾਨੂੰ ਪਤਾ ਸਰ ਜਦੋਂ ਸਟਾਰਟ ਹੋਇਆ ਸੀ, ਜਦੋਂ ਜੱਜਿਸ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ, ਇਹ ਉਸ ਟਾਈਮਾਂ ਵੱਲ ਜਸਟਿਸ ਚੰਦਰਚੂੜ ਜੀ ਸਾਨੂੰ ਲੈ ਕੇ ਜਾ ਰਹੇ। ਤੇ ਮੈਨੂੰ ਕੱਲ੍ਹ ਬੜੀ ਖੁਸ਼ੀ ਹੋਈ ਇਹ ਵੀਡੀਓ ਆਪਣੀ ਸ਼ੇਅਰ ਕਰਨ ਲਈ ਕਿ ਸਾਡੀ ਜੁਡੀਸ਼ਰੀ ਦੇ ਵਿੱਚ ਪਿਲਰਸ ਆਫ ਜਸਟਿਸ ਜਿਹਨੂੰ ਮੈਂ ਖੁਦ ਮੰਨਦੀ ਸੀ ਤੇ ਮੇਰਾ ਵਿਸ਼ਵਾਸ ਬੜੇ ਸਾਲਾਂ ਤੋਂ ਕੁਝ ਉੱਠਦਾ ਜਾ ਰਿਹਾ ਸੀ ਜੁਡੀਸ਼ਰੀ ਤੋਂ, ਉਹ ਵਿਸ਼ਵਾਸ ਮੇਰਾ ਦੁਆਰਾ ਜਿਹੜਾ ਹੈ ਕਾਇਮ ਹੋਇਆ ਇਸ ਜਜਮੈਂਟ ਦੇ ਨਾਲ। ਤੁਸੀਂ ਇਹ ਦੇਖੋ, ਸਿਰਫ ਤੁਹਾਡਾ ਹੀ ਵਿਸ਼ਵਾਸ ਜਿਹੜਾ ਕਾਇਮ ਨਹੀਂ ਹੋਇਆ, ਕਿੰਨੇ ਦੇਸ਼ ਦੇ ਹੋਰ ਜਿਹੜੇ ਲਾਚਾਰ ਲੋਕ ਸੀ ਮਾਨਯੋਗ ਸੁਪਰੀਮ ਕੋਰਟ ਤੱਕ ਨਹੀਂ ਜਾ ਸਕਦੇ, ਉਹਨਾਂ ਦੇ ਵੀ ਵਿਚਾਰਾਂ ਨੂੰ ਇੱਕ ਪੱਕੀ ਸਾਂਝ ਮਿਲੀ ਹੈ ਇਸ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ। ਕੁਝ ਕਹੋਗੇ ਇਹਦੇ ਬਾਰੇ? ਜੀ ਸਰ, ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਵੱਡੀ ਰਾਹਤ ਹੈ ਸਾਡੇ ਦੇਸ਼ ਦੇ ਵਿੱਚ। ਆਲਦੋ 2023 ਵੀ ਬਹੁਤ ਅੱਛਾ ਰਿਹਾ ਸਾਡਾ ਤੇ ਬੜੇ ਹੋਰ ਅਮੈਂਡਮੈਂਟਸ ਨੂੰ ਵੀ ਸੁਪਰੀਮ ਕੋਰਟ ਨੇ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਜਿੱਤ ਹੈ। ਕਿਉਂਕਿ ਫਾਈਨੈਂਸ਼ੀਅਲ ਰਿਸੋਰਸਿਸ ਜਿਹੜੀ ਉਹ ਸਭ ਤੋਂ ਵੱਡਾ ਜਿਹੜਾ ਕਾਰਨ ਹੁੰਦਾ ਕਿਸੇ ਦੇ ਇਲੈਕਸ਼ਨ ਜਿੱਤਣ ਜਾਂ ਹਾਰਨ। ਜਦੋਂ ਤੱਕ ਫਾਈਨੈਂਸ਼ੀਅਲੀ ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ ਜਾਂ ਕੋਈ ਫਾਈਨੈਂਸ਼ੀਅਲ ਰਿਸੋਰਸ ਤੁਹਾਡਾ ਨਹੀਂ ਆਉਂਦਾ, ਤਦ ਤੱਕ ਤੁਸੀਂ ਕੋਈ ਵੀ ਇਲੈਕਸ਼ਨ, ਚਾਹੇ ਉਹ ਹਾਈ ਕੋਰਟ ਦੇ ਇਲੈਕਸ਼ਨ ਹੋਣ, ਚਾਹੇ ਉਹ ਮੇਅਰ ਦੇ, ਚਾਹੇ ਉਹ ਲੋਕ ਸਭਾ, ਚਾਹੇ ਉਹ ਕੋਈ ਵੀ ਇਲੈਕਸ਼ਨ ਹੋਣ,
ਕਿਸੇ ਵੀ ਪੱਧਰ ਤੇ ਫਾਈਨੈਂਸ਼ੀਅਲ ਸਪੋਰਟ ਜਿਹੜੀ ਉਹ ਸਭ ਤੋਂ ਵੱਡੀ ਹੁੰਦੀ ਹੈ ਤੇ ਉਹਨੂੰ ਰੋਕਣਾ, ਉਹਨੂੰ ਇਸ ਸਟੈਪ ਤੇ ਜਿਹੜਾ ਹੈ ਖਤਮ ਕਰ ਦੇਣਾ ਫਾਈਨੈਂਸ਼ੀਅਲ ਸਪੋਰਟ ਨੂੰ, ਇਹ ਸਭ ਤੋਂ ਵੱਡਾ ਬਲੋ ਜਿਹੜਾ ਹੈ, ਮੇਜਰ ਬਲੋ ਟੂ ਬੀਜੇਪੀ ਹੈ ਜੀ। ਇਹ ਤਾਂ ਇੱਕ ਲੀਗਲ ਚੋਰ ਮੋਰੀ ਸੀ ਜਿਹਨੂੰ ਮਾਨਯੋਗ ਸੁਪਰੀਮ ਕੋਰਟ ਨੇ ਬੰਦ ਕੀਤਾ, ਤੇ ਕਿੰਨੀਆਂ ਹੋਰ ਇਲੀਗਲ ਮੋਰੀਆਂ ਨੇ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਸੰਗਿਆਨ ਵਿੱਚ ਲਿਆ ਜਾਂ ਨਹੀਂ, ਇਹ ਜੱਜਮੈਂਟ ਪੜ੍ਹਨ ਤੋਂ ਬਾਅਦ ਜਾਂ ਇਸ ਤੋਂ ਬਾਅਦ ਇਹਦੇ ਕੀ ਨਤੀਜੇ ਜਾਂ ਨਿਸ਼ਕਰਸ਼ ਨਿਕਲਦੇ ਨੇ, ਇਸ ਗੱਲ ਦੇ ਉੱਤੇ ਕੁਝ ਕਹੋਗੇ? ਜੀ ਸਭ ਤੋਂ ਪਹਿਲਾਂ ਤਾਂ ਸਰ ਬਹੁਤ ਸਾਰੀ ਨਾ 6 ਸਾਲ ਪਹਿਲਾਂ ਇੱਕ ਬੌਂਡ ਸਕੀਮ ਸਟਾਰਟ ਕੀਤੀ ਗਈ, ਪਹਿਲਾ ਪੁਆਇੰਟ, ਯਾਨੀ ਕਿ 6 ਸਾਲ ਤੋਂ ਇਹ ਧਾਂਦਲੀ ਚੱਲ ਰਹੀ ਹੈ। ਉਸ ਤੋਂ ਬਾਅਦ ਕੁਝ ਮੇਜਰ ਅਮੈਂਡਮੈਂਟਸ ਕੀਤੀਆਂ ਸਰ ਇਹਨਾਂ ਨੇ, ਜਿਹੜੇ ਕਿ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਵਿੱਚ ਇਹਨਾਂ ਨੇ ਕੀਤੀਆਂ, ਹੋਰ ਛੋਟੀ ਮੋਟੀ ਸਕੀਮ ਦੇ ਜਿਹੜੀ ਤਹਿਤ ਹੈ ਉਹਦੇ ਅਕੋਰਡਿੰਗ ਇਹਨਾਂ ਨੇ ਕੀਤੀਆਂ। ਉਹ ਅਮੈਂਡਮੈਂਟਸ ਜਿਹੜੀਆਂ ਉਹ ਅਨਕਨਸਟੀਟਿਊਸ਼ਨਲ ਹੈ। ਕਿਉਂ? ਕਿਉਂਕਿ ਪਹਿਲਾਂ ਲਾਸ ਮੇਕਿੰਗ ਤੇ ਪ੍ਰੋਫਿਟ ਮੇਕਿੰਗ ਕੰਪਨੀਜ਼ ਦਾ ਡਿਫਰੈਂਸ ਕ੍ਰੀਏਟ ਕੀਤਾ ਗਿਆ ਸੀ, ਲੇਕਿਨ ਸੈਕਸ਼ਨ 182 ਤੋਂ ਬਾਅਦ ਜਿਹੜਾ ਹੈ ਇਹ ਡਿਫਰੈਂਸ਼ੀਏਟ ਕਰਨਾ ਹੀ ਮੁਸ਼ਕਿਲ ਹੋ ਗਿਆ ਕਿ ਬੰਦਾ ਆਪਣਾ ਲਾਸ ਲਗਾ ਰਿਹਾ ਕੰਪਨੀ ਦਾ ਜਾਂ ਪ੍ਰੋਫਿਟ ਲਗਾ ਰਿਹਾ। ਸਭ ਤੋਂ ਇੰਪੋਰਟੈਂਟ, ਕੰਪਨੀਜ਼ ਇਨਡਾਇਰੈਕਟਲੀ ਆਪਣਾ ਟੈਕਸ ਬਚਾਉਣ ਲਈ ਉਹਨਾਂ ਦੇ ਬੈਨੀਫਿਟਸ ਹੈ ਸਰ, ਹਿਡਨ ਬੈਨੀਫਿਟਸ ਹੈ ਜਿਹੜੇ ਕਿਸੇ ਨੂੰ ਦਿਖ ਨਹੀਂ ਰਹੇ ਦੇਸ਼ ਦੇ ਵਿੱਚ। ਉਹਨਾਂ ਨੂੰ ਲੱਗ ਰਿਹਾ ਕੰਪਨੀ ਸ਼ਾਇਦ ਆਪਣੀ ਸੱਚੀ ਜੀ ਜਿਹੜਾ ਹੈ ਕੋਈ ਹੈਲਪ ਕਰ ਰਹੀ ਹੈ ਕਿਸੇ ਦੀ, ਲੇਕਿਨ ਆਪਣੇ ਟੈਕਸ ਬੈਨੀਫਿਟਸ ਲਈ, ਆਪਣੇ ਬੈਨੀਫਿਟਸ ਲਈ ਫਰੋਮ ਦੀ ਗਵਰਨਮੈਂਟ, ਇਹ ਗਵਰਨਮੈਂਟ ਨੂੰ ਫੰਡਿੰਗ ਕਰ ਰਹੀ ਹੈ ਜੀ। ਦੇ ਆਰ ਬਾਇੰਗ ਬੌਂਡਸ ਕਿੱਥੋਂ ਸਟਾਰਟ ਹੋ ਰਿਹਾ? 10,000, 1000, 10,000, ਲੱਖ, 1 ਕਰੋੜ, ਇਸ ਤਰ੍ਹਾਂ ਦੀ ਰੇਂਜ ਆਫ ਜਿਹੜੇ ਇਲੈਕਟੋਰਲ ਬੌਂਡਸ ਆ ਉਹ ਵੰਡੇ ਜਾ ਰਹੇ। ਆਈਡੈਂਟੀਟੀ ਡਿਸਕਲੋਜ਼ ਨਹੀਂ ਕੀਤੀ ਜਾ ਰਹੀ, ਸਾਨੂੰ ਨੇਮ ਆਫ ਪਰਚੇਜ਼ਰ ਪਤਾ ਨਹੀਂ ਹੈ ਕੌਣ ਹੈ ਕੌਣ ਨਹੀਂ, ਠੀਕ ਹੈ ਜੀ, ਲੇਕਿਨ ਉਹ ਜਾ ਰਹੇ ਆ ਫੰਡਸ ਕਿਸੇ ਡਾਇਰੈਕਸ਼ਨ ਦੇ ਵਿੱਚ। ਉਹ ਪਾਰਟੀ ਕੌਣ ਯੂਜ਼ ਕਰ ਰਹੀ ਹੈ? ਓਬਵੀਅਸਲੀ ਜਿਹੜੀ ਰੂਲਿੰਗ ਗਵਰਨਮੈਂਟ ਹੈ ਉਹ ਯੂਜ਼ ਕਰ ਰਹੀ ਹੈ। ਉਸ ਤੋਂ ਇਲਾਵਾ ਓਪੋਜੀਸ਼ਨ ਲਈ ਵੀ ਇਹ ਬਹੁਤ ਵੱਡਾ ਝਟਕਾ, ਕਿਉਂਕਿ ਦੇਖੋ ਰੂਲਿੰਗ ਪਾਰਟੀ ਤਾਂ ਆਲਰੇਡੀ ਰੂਲ ਕਰ ਰਹੀ ਹੈ, ਉਹਨਾਂ ਨੇ ਆਲਰੇਡੀ ਆਪਣੀ ਜੇਬਾਂ ਭਰ ਲਈਆਂ, ਲੇਕਿਨ ਓਪੋਜੀਸ਼ਨ ਜਿਹੜੀ ਸੋਚ ਰਹੀ ਸੀ ਸਾਨੂੰ ਜੇ ਅਸੀਂ ਰੂਲ ਕਰਾਂਗੇ ਤਾਂ ਸਾਰਾ ਫੰਡ ਸਾਡੇ ਕੋਲ ਆਏਗਾ, ਹੁਣ ਉਹ ਵੀ ਬੰਦ ਹੋ ਗਿਆ। ਤੇ ਯਾਨੀ ਕਿ ਬਿਜ਼ਨਸ ਕਾਰਪੋਰੇਸ਼ਨਸ ਜਾਂ ਕੰਪਨੀਜ਼ ਜਿਹੜੀਆਂ ਨੇ ਉਹ ਸਾਰੀਆਂ ਇਹਨਾਂ ਦੇ ਹੀ ਨੁਮਾਇੰਦੇ ਨੇ, ਤੇ ਉਹਨਾਂ ਨੂੰ ਇਹ ਪਤਾ ਕਿ ਸਾਨੂੰ ਕਿਸੇ ਵੀ ਪਾਰਟੀ ਨਾਲ ਐਫੀਲੀਏਟ ਹੋਣ ਦੀ ਲੋੜ ਨਹੀਂ। ਹੂਸੋਐਵਰ ਵਿਲ ਰੂਲ ਦੈਟ ਵਿਲ ਬੀ ਰਨ ਬਾਈ ਅਸ ਇਨਡਾਇਰੈਕਟਲੀ। ਸੋ ਤੁਸੀਂ ਕੀ ਕਰ ਰਹੇ ਹੋ ਕਿ ਅੰਬਾਨੀ ਅਦਾਨੀ ਨੂੰ ਸਾਰੀ ਪਾਵਰ ਦੇ ਰਹੇ ਹੋ, ਜਿਹੜੀ ਆਪਾਂ ਆਪਣੇ ਦੇਸ਼ ਦੇ ਵਿੱਚ ਗੋਦੀ ਮੀਡੀਆ ਜਿਹੜੀ ਹਮੇਸ਼ਾ ਕਹਿੰਦੀ ਵੀ ਹੈ, ਗੱਲ ਕਰਦੀ ਹੈ ਕਿ ਸੱਚੀ 'ਚ ਸਾਈਫਨਿੰਗ ਆਫ ਫੰਡਸ ਜਾਂ ਡਾਇਵਰਜਨ ਆਫ ਫੰਡਸ ਜਿਹੜੇ ਕਰ ਰਹੇ ਹੈ, ਇਹ ਅਗੇਨ ਸਾਰਾ ਬਿਜ਼ਨਸ ਕਾਰਪੋਰੇਸ਼ਨਸ ਤੇ ਉਹਨਾਂ ਨੂੰ ਹੱਥ ਦੇ ਰਹੇ। ਯਾਨੀ ਕਿ ਕੋਈ ਪੋਲੀਟੀਸ਼ੀਅਨਸ ਇਕੱਲੇ ਇਲੈਕਸ਼ਨ ਨਹੀਂ ਲੜ ਸਕਦੇ, ਬੀਜੇਪੀ ਇਕੱਲੀ ਇਲੈਕਸ਼ਨ ਨਹੀਂ ਲੜ ਸਕਦੀ ਜਦ ਤੱਕ ਇਹਨਾਂ ਨੂੰ ਫੰਡਿੰਗ ਨਹੀਂ ਹੋ ਰਹੀ ਸੀ। ਉਸ ਫੰਡਿੰਗ ਨੂੰ ਜਿਹੜਾ ਹੈ ਤੋੜਨਾ, ਉਹ ਚੇਨ ਨੂੰ ਜਿਹੜਾ ਬ੍ਰੇਕ ਕਰਨਾ ਜੋ ਚੀਫ ਜਸਟਿਸ ਆਫ ਇੰਡੀਆ ਨੇ ਕੀਤਾ ਹੈ ਇਸ ਜਜਮੈਂਟ ਦੇ ਥਰੂ, ਦੈਟ ਇਜ਼ ਅ ਬਿਗ ਸਟੈਪ। ਤੁਸੀਂ ਇਹ ਦੇਖੋ 2000 ਜਾਂ 3000 ਕਰੋੜ ਦੇ ਜਿਹੜੇ ਬੌਂਡ ਨੇ ਕਿਸੇ ਵੀ ਪਾਰਟੀ ਕੋਲ ਜਾਂਦੇ ਨੇ, ਜਾਂ ਕੋਈ 100 ਕਰੋੜ ਦੇ ਜਾਂਦੇ ਨੇ, ਜਾਂ ਕੋਈ 100 ਰੁਪਿਆਂ ਦੇ ਜਾਂਦੇ ਨੇ, ਉਹਦੇ ਵਿੱਚ ਜਿਹੜਾ ਇਹ ਤਾਂ ਇੱਕ ਆਈ ਵਾਸ਼ ਸੀ ਜਿਹਨੂੰ ਇਨਕਮ ਟੈਕਸ ਦੇ ਵਿੱਚ, ਜਿਹਨੂੰ ਕੰਪਨੀਜ਼ ਲਾ ਦੇ ਵਿੱਚ, ਤੇ ਜਿਹਨੂੰ ਹੋਰ ਬੌਂਡਸ ਦੀ ਜਿਹੜੀ ਹੈ ਪ੍ਰੋਵੀਜ਼ਨਸ ਨੂੰ ਛਿੱਕੇ ਟੰਗ ਕੇ ਇਹ ਇੱਕ ਨਿਯੁਕਤੀ ਲਿਆਂਦੀ ਗਈ ਕਿਸ ਤਰ੍ਹਾਂ ਦੀ ਕਿ ਤਾਂ ਕਿ ਜਿਹੜੇ ਗਵਰਨਮੈਂਟ ਦੇ ਬੈਨੀਫਿਟਸ ਨੇ, ਕੰਟਰੈਕਟਸ ਦੇ, ਸਾਰਾ ਕੁਝ ਕੰਪਨਸੇਟ ਕਰਨ ਦੇ ਵਾਸਤੇ ਜਿਹੜੇ ਅੰਬਾਨੀ ਅਡਾਨੀ ਜਾਂ ਹੋਰ ਲੋਕ ਨੇ ਉਹਨਾਂ ਨੂੰ ਇਹ ਦਿੱਤਾ ਜਾਏ। ਕਿ ਮਾਨਯੋਗ ਸੁਪਰੀਮ ਕੋਰਟ ਨੂੰ ਇਹਦੇ ਉੱਤੇ ਵੀ ਸੂਮੋਟੋ ਪਾਵਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਾਂ ਨਹੀਂ? ਬਿਲਕੁਲ ਕਰਨੀ ਚਾਹੀਦੀ ਹੈ ਸਰ। ਐਕਚੁਅਲੀ ਇਸ ਦਾ ਇਨਡਾਇਰੈਕਟਲੀ ਇਹੀ ਕੀਤਾ ਗਿਆ। 2019 ਚ ਵੀ ਇਹਦੇ ਤੇ ਸਟੇ ਲਗਾ ਦਿੱਤੀ ਗਈ ਸੀ, ਲੇਕਿਨ ਉਸ ਤੋਂ ਬਾਅਦ ਵੀ ਫੰਡਸ ਜਿਹੜੇ ਹੈ ਬਾਏ ਐਂਡ ਸੈਲ ਹੋ ਰਹੇ ਸੀ। ਇਹ ਮੇਰੇ ਅਕੋਰਡਿੰਗ ਜੋ ਮੈਨੂੰ ਸਮਝ ਆਉਂਦੀ ਹੈ, ਇੱਕ ਤਰ੍ਹਾਂ ਦਾ ਇਲੀਗਲ ਟ੍ਰੇਡਿੰਗ ਚੱਲ ਰਹੀ ਸੀ। ਜਿਵੇਂ ਰਿਲਾਇੰਸ ਨੇ ਬਹੁਤ ਸਾਲ ਪਹਿਲਾਂ ਅਸੀਂ ਮੂਵੀਜ਼ 'ਚ ਵੀ ਦੇਖਦੇ ਆ ਰਹੇ ਹਾਂ ਕਿ ਛੋਟੇ ਤੋਂ ਛੋਟਾ ਬੰਦਾ ਬਾਏ ਕਰ ਸਕਦਾ ਹੈ ਰਿਲਾਇੰਸ ਦੇ ਸ਼ੇਅਰਸ, ਹੈ ਨਾ। ਟ੍ਰੇਡਿੰਗ ਦੇ ਵਿੱਚ ਐਵੇਂ ਹੁੰਦਾ ਕਿ ਵੀ ਕੈਨ ਸਟਾਰਟ ਵਿਦ ₹10 ਔਰ 500 ਆਲਸੋ, ਹੈ ਨਾ। ਸੋ ਇਸ ਤਰ੍ਹਾਂ ਸ਼ੇਅਰਸ ਬਾਏ ਕਰਨਾ ਜਿੱਦਾਂ ਉਹਨਾਂ ਨੇ ਟ੍ਰੈਂਡ ਸਟਾਰਟ ਕੀਤਾ, ਉਸੇ ਲਾਈਨਸ ਤੇ ਜਿਹੜਾ ਹੈ 6 ਸਾਲ ਪਹਿਲਾਂ ਇਲੈਕਟੋਰਲ ਬੌਂਡ ਸਕੀਮ ਸਟਾਰਟ ਕੀਤੀ ਗਈ ਹੈ ਬਾਈ ਸਰਕਾਰ, ਸੇਇੰਗ ਦਿਸ ਕਿ ਤੁਸੀਂ ਆਪਣਾ ਚੈਨਲਾਈਜ਼ ਕਰੋ ਆਪਣੀ ਬਲੈਕ ਮਨੀ। ਬਟ ਜੋ ਮਾਨਨੀय ਸੁਪਰੀਮ ਕੋਰਟ ਨੇ ਇਹਦੇ ਵਿੱਚ ਇਹ ਕਿਹਾ ਹੈ ਕਿ ਤੁਹਾਡੇ ਫੰਡਾਮੈਂਟਲ ਰਾਈਟਸ ਵਿੱਚ ਵਾਇਲੇਟ ਹੋ ਰਹੇ ਆ। ਰਾਈਟ ਟੂ ਪ੍ਰਾਈਵੇਸੀ ਆਰਟੀਕਲ 19, ਰਾਈਟ ਟੂ ਇਨਫੋਰਮੇਸ਼ਨ, ਸਭ ਤੋਂ ਇੰਪੋਰਟੈਂਟ ਗੱਲ, ਜੇ ਕੋਈ ਬੰਦਾ ਜਾਣਨਾ ਚਾਹੇ ਕਿ ਬੌਂਡਸ ਕਿਹਨੇ ਖਰੀਦੇ ਤਾਂ ਇਨਫੋਰਮੇਸ਼ਨ ਬਾਹਰ ਨਹੀਂ ਆਉਂਦੀ। ਲੇਕਿਨ ਵੈਸੇ ਤੁਸੀਂ ਕਹਿ ਰਹੇ ਹੋ ਇਟ ਇਜ਼ ਫॉर ਸੋਸ਼ਲ ਵਰਕ। ਇਹ ਬੇਸਿਕਲੀ ਸੋਸ਼ਲ ਵਰਕ ਦੇ ਵਿੱਚ ਜਿਹੜਾ ਹੈ ਗੁੱਡ ਮੋਟਿਵ ਨਾਲ ਇਹ ਫੰਡਿੰਗ ਕੀਤੀ ਜਾ ਰਹੀ, ਜਦਕਿ ਇੱਦਾਂ ਨਹੀਂ ਹੈ। ਅਗਰ ਹੁੰਦਾ ਤਾਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚੋਂ ਕਵਰ ਹੋਣਾ ਸੀ। ਸੋ ਜੇ ਤੁਸੀਂ ਇਹਨੂੰ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਕਵਰ ਨਹੀਂ ਕਰ ਰਹੇ, ਯੂ ਆਰ ਡੂਇੰਗ ਇਟ ਫॉर ਬੈਨੀਫਿਟ, ਫॉर ਗੁੱਡ ਮੋਟਿਵ, ਹੈ ਨਾ, ਪ੍ਰੋ ਬੋਨੋ, ਜੇ ਤੁਸੀਂ ਕੁਝ ਕਰ ਰਹੇ ਹੋ ਇੱਦਾਂ ਦਾ, ਤਾਂ ਡੈਫੀਨੇਟਲੀ ਪਬਲਿਕ ਡੋਮੇਨ 'ਚ ਹੋਣਾ ਚਾਹੀਦਾ।
ਸੋ ਇਸ ਤਰ੍ਹਾਂ ਰਾਈਟ ਟੂ ਪ੍ਰਾਈਵੇਸੀ ਤੇ ਇਨਫੋਰਮੇਸ਼ਨ ਨਾਲ ਲਿੰਕ ਕਰਦੇ ਹੋਏ ਸਾਡੇ ਫੰਡਾਮੈਂਟਲ ਰਾਈਟਸ ਆਰਟੀਕਲ 14 ਦੇ ਨਾਲ ਲਿੰਕ ਕਰਦੇ ਹੋਏ ਜੱਜ ਸਾਹਿਬ ਨੇ ਇਹਨੂੰ ਜਿਹੜਾ ਹੈ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ। ਸਟੇਟ ਬੈਂਕ ਆਫ ਇੰਡੀਆ ਦੇ ਕੋਲ ਸਾਰਿਆਂ ਦਾ ਡਾਟਾ ਹੈ, ਕਿੰਨੇ ਕੀ ਬੌਂਡ ਖਰੀਦੇ, ਕਿੰਨੇ ਦੇ ਖਰੀਦੇ, ਸਾਰਾ ਕੁਝ ਹੈ। ਔਰ ਰਿਜ਼ਰਵ ਬੈਂਕ ਆਫ ਇੰਡੀਆ ਨੇ ਅੱਖ ਰੱਖੀ ਜਾਂ ਨਹੀਂ ਰੱਖੀ ਇਹਦੇ ਉੱਤੇ, ਇਹ ਇੱਕ ਦੂਸਰਾ ਸਵਾਲ ਹੈ। ਇਹਦੇ ਬਾਰੇ ਕੁਝ ਕਹੋਗੇ? ਜੀ, ਸਭ ਤੋਂ ਇੰਪੋਰਟੈਂਟ ਗੱਲ ਸਰ, ਸਟੇਟ ਬੈਂਕ ਆਫ ਇੰਡੀਆ ਨੂੰ ਇਹ ਸਾਰੀ ਅਥਾਰਟੀ ਦਿੱਤੀ ਗਈ ਸੀ ਕਿ ਤੋਂ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਹੁਣ ਐਟ ਪ੍ਰੈਜ਼ੈਂਟ ਤੱਕ ਇਮੀਡੀਏਟਲੀ ਜਿਹੜਾ ਹੈ ਇਹ ਆਪਣੀ ਵੈਬਸਾਈਟ ਤੇ ਆਪਣੀ ਡਿਸਕਲੋਜ਼ ਕਰਨ ਇਨਫੋਰਮੇਸ਼ਨ ਕਿਹਨੇ 2019 ਤੋਂ ਬਾਅਦ ਜਿਹੜੇ ਹੈ ਬੌਂਡਸ ਖਰੀਦੇ ਤੇ ਕਿੱਦਾਂ ਇਹਦੀ ਜਿਹੜੀ ਟ੍ਰਾਂਜੈਕਸ਼ਨਸ ਹੋਈਆਂ ਇਹ ਸਾਰੀ ਇਨਫੋਰਮੇਸ਼ਨ ਡਿਸਕਲੋਜ਼ ਕਰੋ। ਡੀਟੇਲਸ ਦੇਣੀ ਬਹੁਤ ਜ਼ਰੂਰੀ ਹੈ ਤੇ ਕਿਉਂਕਿ ਸੇਲ ਲੱਗ ਗਿਆ ਸੀ ਉਸ ਤੋਂ ਬਾਅਦ ਵੀ ਬਾਇੰਗ ਚੱਲੀ ਗਈ, ਕਿਵੇਂ ਹੋਇਆ, ਇਹ ਸਾਰਾ ਕੁਝ ਜਿਹੜਾ ਹੈ ਡਿਸਕਲੋਜ਼ਰ ਜਿਹੜੀ ਹੈ ਹੁਣ SBI ਨੇ ਕਰਨੀ ਇਮੀਡੀਏਟਲੀ। ਮੋਰ ਓਵਰ ਜੇ ਕੋਈ ਅੱਜ ਜਾਂ ਕੱਲ੍ਹ ਦੇ ਵਿੱਚ ਵੀ ਕੋਈ ਬਾਇੰਗ ਹੋਈ ਸੀ ਤਾਂ ਵਿਦਿਨ 15 ਡੇਜ਼ ਟਾਈਮ ਦਿੱਤਾ ਗਿਆ ਹੈ ਕਿ 15 ਦਿਨ ਦੇ ਅੰਦਰ ਅੰਦਰ ਜਿਹੜਾ ਹੈ ਉਹ ਕਲੋਜ਼ ਕਰ ਦਿੱਤਾ ਜਾਏਗਾ ਤੇ ਨੈਕਸਟ ਬਾਇੰਗ ਪਰਚੇਜ਼ਿੰਗ ਨਹੀਂ ਹੋਏਗੀ। ਸੋ ਇਸ ਤਰ੍ਹਾਂ ਜਿਹੜਾ ਇਮੀਡੀਏਟ ਇਫੈਕਟ ਦੇ ਨਾਲ ਫੋਰਥਵਿਦ ਜਿਹੜਾ ਇਹ ਐਕਸ਼ਨ ਲਿੱਤਾ ਗਿਆ। ਡੈਫੀਨੇਟਲੀ ਇਹ ਡਿਸਕਲੋਜ਼ਰ ਜਿਹੜਾ ਹੈ ਆਫ ਆਲ ਦੀ ਮਨੀ ਵਿਚ ਇਜ਼ ਬੀਇੰਗ ਯੂਜ਼ਡ ਬਾਈ ਦੀ ਗਵਰਨਮੈਂਟ ਐਂਡ ਕਿੱਦਾਂ ਇਹ ਫੰਡਸ ਲੈ ਕੇ ਆ ਰਿਹਾ, ਪੋਲੀਟੀਕਲ ਫੰਡਿੰਗ, ਪੋਲੀਟੀਕਲ ਐਫੀਲੀਏਸ਼ਨਸ ਟੂ ਵਿਚ ਕੰਪਨੀ ਐਕਚੁਅਲੀ। ਕੁਝ ਕੰਪਨੀਆਂ ਅੰਬਾਨੀ ਅਦਾਨੀ ਹੀ ਸਾਨੂੰ ਸਿਰਫ ਪਤਾ, ਹੋਰ ਕਿੰਨੀਆਂ ਸਾਰੀ ਕੰਪਨੀਆਂ ਆਉਣੀਆਂ ਜਿਹੜੀ ਇਹਦੇ ਵਿੱਚ ਐਫੀਲੀਏਸ਼ਨ ਕਰ ਰਹੀ ਹੋਣੀ, ਕੀ ਬੈਨੀਫਿਟਸ ਉਹ ਚੱਕ ਰਿਹਾ, ਉਸ ਤੋਂ ਬਾਅਦ ਕਿਹੜੇ ਕਿਹੜੇ ਕੰਟਰੈਕਟਸ ਉਹਨਾਂ ਦੇ ਕਲੀਅਰ ਹੋ ਰਹੇ, ਕਿਹੜੀ ਕਿਹੜੀ ਕਲੀਅਰੈਂਸਿਸ ਉਹਨਾਂ ਨੂੰ ਸਰਕਾਰ ਤੋਂ ਮਿਲ ਰਹੀਆਂ, ਇਹਦਾ ਡਿਸਕਲੋਜ਼ਰ ਹੁਣ ਹਜੇ ਹੋਣਾ ਹੈ। ਤੇ ਜੇ ਇਹ ਉਹਨੂੰ ਕਿੱਦਾਂ ਕਵਰ ਕਰਦੇ ਆ, ਦੈਟ ਇਜ਼ ਦੀ ਕੁਐਸਚਨ। ਸਟੇਟ ਬੈਂਕ ਆਫ ਇੰਡੀਆ ਦਾ ਜਿਹੜਾ ਮਰਜਰ ਸੀਗਾ, ਕਈ ਹੋਰ ਸਟੇਟ ਬੈਂਕ ਆਫ ਇੰਡੀਆ ਜਿਹੜੇ ਸੀਗੇ ਸਟੇਟ ਬੈਂਕ ਆਫ ਇੰਡੀਆ ਦੇ ਨਾਮ ਦੇ ਵਿੱਚ ਆ ਗਏ, ਜਿਵੇਂ ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਪਟਿਆਲਾ ਵਗੈਰਾ ਵਗੈਰਾ, ਇਸ ਤਰ੍ਹਾਂ ਦੇ ਕਈ। ਇਹ ਇੱਕ ਇਸ ਧਾਂਦਲੀ ਵੱਲ ਇੱਕ ਸਟੈਪ ਸੀ। ਜੀ ਬਿਲਕੁਲ ਸਰ, ਓਬਵੀਅਸਲੀ ਇਹ ਸਾਰੇ ਬੈਂਕਸ ਜਿਹੜੇ ਹੈ ਰਲੇ ਹੋਏ ਆ। ਮੈਂ ਇਸ ਵੀਡੀਓ ਦੇ ਮਾਧਿਅਮ ਤੋਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ, ਆਈ ਫੇਲ ਟੂ ਅੰਡਰਸਟੈਂਡ। ਪਤਾ ਨਹੀਂ ਜੇ ਮੈਂ ਬਾਈ ਚਾਂਸ ਉਸ ਪੋਜੀਸ਼ਨ ਤੇ ਹੋਵਾਂ, ਮੈਂ ਸਭ ਤੋਂ ਪਹਿਲਾਂ RBI SBI ਇਹ ਜਿਹੜੇ ਬੈਂਕਸ ਹੈ ਤੇ ਇਹਨਾਂ ਦਾ ਕੀ ਕ੍ਰਾਈਟੀਰੀਆ ਹੈ, ਹਾਊ ਡੂ ਦੇ ਕਾਊਂਟ ਥਿੰਗਸ ਐਂਡ ਹਾਊ ਦੇ ਡੂ ਦਿਸ। ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਚੈਲੰਜ ਜ਼ਰੂਰ ਕਰਨਾ ਚਾਹੂੰਗੀ, ਇਹਨੂੰ ਚੇਂਜ ਕਰਨਾ ਚਾਹੂੰਗੀ ਤੇ ਬੈਂਕਸ ਦੇ ਨਾਲ ਮਿਲ ਕੇ ਹਾਊ ਦੇ ਕ੍ਰੀਏਟ ਕਰੰਸੀ, ਕਦੀ ਵੀ ਕਰੰਸੀ ਬੰਦ ਕਰ ਦਿੰਦੇ ਆ, ਕਦੀ ਚਲਾ ਲੈਂਦੇ ਆ, ਦੈਨ ਇਟ ਇਜ਼ ਚੈਲੰਜਡ, ਦੈਨ ਉਹ ਪ੍ਰੂਵ ਕਰ ਦਿੰਦੇ ਕਿ ਨਹੀਂ RBI ਐਕਟ ਦੇ ਅੰਡਰ ਹੋਇਆ ਹੈ, ਇਟ ਇਜ਼ ਵਿਦਿਨ ਦੀ ਪਾਵਰਸ। ਸੋ ਕਿੱਦਾਂ ਇਹ ਸਾਰਾ ਦੇਸ਼ ਨੂੰ ਚਲਾ ਰਹੇ ਆ ਥਰੂ ਕਰੰਸੀ ਐਂਡ ਬੈਂਕਸ ਦੇ ਨਾਲ ਰਲ ਕੇ ਸਾਰੀ ਥਾਂਦਲੀ ਚੱਲ ਰਹੀ ਹੈ। ਇਹ ਤਾਂ ਬਹੁਤ ਵੱਡਾ ਕੁਐਸਚਨ ਹੈ ਤੇ ਮੈਨੂੰ ਲੱਗਦਾ ਮੈਂ ਇਹਨੂੰ ਜ਼ਰੂਰ ਸੋਲਵ ਕਰਨਾ ਚਾਹੂੰਗੀ ਜੀ। ਜੇ ਇਹਦੇ ਉੱਤੇ ਇੱਕ ਰੋਵਿੰਗ ਰੇਟ ਆ ਜਾਵੇ ਕਿ ਕਿੰਨਾ ਨੇ 6 ਸਾਲ ਦੀ ਧਾਂਦਲੀ ਦੇ ਵਿੱਚ ਯੋਗਦਾਨ ਜਾਂ ਭੋਗਦਾਨ ਕੀਤਾ ਹੈ, ਤੇ ਇਹ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਸਰ। ਡਿਸਕਲੋਜ਼ਰ ਤਾਂ ਬਹੁਤ ਜ਼ਰੂਰੀ ਹੈ। ਦੈਟ ਵਿਲ ਬ੍ਰਿੰਗ ਟਰਾਂਸਪੇਰੈਂਸੀ ਇਨ ਦ ਸਿਸਟਮ। ਦੈਟ ਇਜ਼ ਬੇਸਿਕਲੀ ਚੈਕਸ ਐਂਡ ਬੈਲੈਂਸਿਸ, ਅਕਾਊਂਟੇਬਿਲਿਟੀ, ਜਿਹਦੇ ਤਹਿਤ ਇਸ ਐਕਟ ਨੂੰ, ਇਸ ਸਕੀਮ ਨੂੰ ਚੈਲੰਜ ਕੀਤਾ ਗਿਆ ਤੇ ਹੈਂਸ ਡਿਕਲੇਅਰਡ ਅਨਕਨਸਟੀਟਿਊਸ਼ਨਲ। ਦੇਖੋ 6 ਸਾਲ ਬਾਅਦ ਨਿਆਂ ਹੋਇਆ, ਸਾਨੂੰ ਪਤਾ ਲੱਗਿਆ ਕਿ ਯੈਸ ਇਹ ਜਿਹੜੀ ਸਕੀਮ ਹੈ ਉਹ ਗਲਤ ਹੈ। ਤਾਂ ਉਸੇ ਤਰ੍ਹਾਂ ਜਿਹੜਾ ਇਹ ਸਭ ਜੋ ਗਵਰਨਮੈਂਟ ਸਕੀਮਸ ਬਣਾਉਣੀ, ਜ਼ਰੂਰੀ ਨਹੀਂ ਕਿ ਅਗਰ ਗਵਰਨਮੈਂਟ ਨੇ ਬਣਾਇਆ ਜਾਂ ਨਰਿੰਦਰ ਮੋਦੀ ਜੀ ਨੇ ਬਣਾਇਆ ਜਾਂ ਭਾਰਤੀ ਜਨਤਾ ਪਾਰਟੀ ਨੇ ਕੁਝ ਕੀਤਾ ਉਹਦਾ ਕਰੈਕਟ ਹੀ ਹੋਏਗਾ। ਓਬਵੀਅਸਲੀ ਕੁਝ ਚੀਜ਼ਾਂ, ਕੁਝ ਪਾਲਿਸੀਜ਼ ਜਿਹੜੀਆਂ ਹੈ ਉਹਨਾਂ ਦੀਆਂ ਜਿਹੜੀ ਹੈ ਉਹਨੂੰ ਡਿਕਲੇਅਰ ਵੀ ਕਰਨਾ ਚਾਹੀਦਾ ਹੈ ਅਨਕਨਸਟੀਟਿਊਸ਼ਨਲ, ਅਗਰ ਉਹ ਇਲੀਗਲ ਹੈ, ਅਲਟਰਾ ਵਾਇਰਸ ਦੀ ਕਨਸਟੀਟਿਊਸ਼ਨ ਹੈ, ਅਗਰ ਸੰਵਿਧਾਨ ਦੇ ਅਕੋਰਡਿੰਗ ਨਹੀਂ ਹੈ। ਸਿੰਸ ਸੰਵਿਧਾਨ ਇਜ਼ ਦੀ ਫਾਊਂਡੇਸ਼ਨ, ਬੇਸਿਕ ਸਟਰਕਚਰ, ਇਹਨੂੰ ਤੁਸੀਂ ਜਿਹੜਾ ਗ੍ਰੈਂਡ ਨੋਰਮ ਹੈ ਇਹ ਸਾਡੇ ਕੰਟਰੀ ਦਾ, ਇਹਨੂੰ ਤੁਸੀਂ ਨਹੀਂ ਛੇੜ ਸਕਦੇ। ਇੱਕ ਚੀਜ਼ ਦੇਖੋ ਤੁਸੀਂ, ਇਹ ਜੱਜਮੈਂਟ ਨਵੰਬਰ ਦੇ ਵਿੱਚ ਹੀਅਰਿੰਗ ਤੋਂ ਬਾਅਦ ਰਿਜ਼ਰਵ ਰਹੀ ਤੇ ਕੱਲ੍ਹ ਇਹਦਾ ਡਿਸੀਜਨ ਆਇਆ ਤਕਰੀਬਨ ਜੇ ਦੇਖਿਆ ਜਾਏ ਅਬਾਊਟ 3 ਮਹੀਨੇ ਦੇ ਵਿੱਚ ਜਾਂ 3 ਮਹੀਨੇ ਤੋਂ ਬਾਅਦ। ਇਹ ਇੱਕ ਸਪੀਡੀ ਜਸਟਿਸ ਨੂੰ ਇੱਕ ਆਸ ਹੈ, ਨਿਰਾਸ਼ ਹੈ ਜਾਂ ਵਿਕਾਸ ਹੈ, ਇਹ ਦੱਸੋਗੇ? ਸਰ ਦੇਖੋ, ਪੈਂਡੈਂਸੀ ਐਂਡ ਬੈਕਲੌਗ ਆਫ ਕੇਸਿਸ ਵੀ ਆਲ ਨੋ। ਸੋ ਥੋੜ੍ਹੀ ਜਿਹੀ ਕਹਿੰਦੇ ਹਿਊਮਨ ਜਿਹੜਾ ਹੈ ਉਹ ਵੀ ਬੈਕਲੌਗ ਵੀ ਆ ਜਾਂਦਾ ਕਿ ਵੀ ਹਿਊਮਨ ਕਿੰਨਾ ਕੁ ਕੰਮ ਕਰੇਗਾ। ਸੋ ਜੱਜਿਸ ਆਰ ਆਲਸੋ ਹਿਊਮਨਸ, ਵੀ ਅੰਡਰਸਟੈਂਡ ਦੈਟ। ਲੇਕਿਨ ਹਾਂ, ਅਗਰ ਕੋਸ਼ਿਸ਼ ਕੀਤੀ ਜਾਵੇ ਕਿ ਹੋਰ ਇਸ ਤੋਂ ਐਟ ਦੀ ਅਰਲੀਐਸਟ ਅਗਰ ਇੱਦਾਂ ਦੀਆਂ ਜਜਮੈਂਟਸ ਆਉਣ ਤਾਂ ਬਹੁਤ ਹੀ ਵੈਲਕਮ ਸਟੈਪ ਰਹੇਗਾ। ਮੈਨੂੰ ਲੱਗਦਾ ਕਿ ਇਹ ਨਹੀਂ ਕਿ ਵੀ ਅਸੀਂ ਇਹ ਜਜਮੈਂਟਸ ਦੇ ਥਰੂ ਉਹਨੂੰ ਲੈ ਕੇ ਬੈਠ ਜਾਈਏ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਐਜ਼ ਵੀ ਆਲ ਸੇ, ਹੈ ਨਾ। ਸੋ ਜਲਦ ਤੋਂ ਜਲਦ ਇਹ ਜਜਮੈਂਟਸ ਆਉਣੀਆਂ ਚਾਹੀਦੀਆਂ, ਪਰ ਹਾਂ ਕੁਝ ਹਿਊਮਨ ਕੰਸਟ੍ਰੇਂਟਸ ਵੀ ਹੋ ਜਾਂਦੇ, ਲਿਮਿਟੇਸ਼ਨਸ ਹੋ ਜਾਂਦੀਆਂ, ਤਾਂ ਕਰਕੇ ਮੇ ਬੀ ਦੈਟ ਮੇ ਬੀ ਦ ਰੀਜ਼ਨ ਆਫ ਦ
ਕੁਝ ਮਾਨਯੋਗ ਜੱਜਾਂ ਨੇ ਸੁਪਰੀਮ ਕੋਰਟ ਦੇ ਵਿੱਚ ਉਸੇ ਤਰ੍ਹਾਂ ਦੀ ਕੱਲ ਜ਼ੁਰਤ ਦਿਖਾਈ ਹੈ ਜਦੋਂ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ, ਤੇ ਉਹ ਚਾਰੇ ਜੱਜ ਜਿਹੜੇ ਨੇ ਕਿਤੇ ਨਾ ਕਿਸੇ ਤਰ੍ਹਾਂ ਸੈਟਲ ਹੋ ਗਏ, ਕਿਸੇ ਨਾ ਕਿਸੇ ਫਿਕਸਿੰਗ ਦੇ ਵਿੱਚ ਆ ਕੇ, ਪ੍ਰੀਫਿਕਸਿੰਗ ਹੋ ਗਈ, ਫਿਕਸਿੰਗ ਹੋ ਗਈ ਜਾਂ ਕੀ ਹੋ ਗਿਆ। ਇਸ ਚੀਜ਼ ਦੇ ਬਾਰੇ ਕੁਝ ਕਹੋਗੇ ਕਿ ਇਹਨਾਂ ਜੱਜਾਂ ਨੂੰ ਇਹ ਬੈਨੀਫਿਟ ਹੋਣਗੇ ਜਾਂ ਨਹੀਂ ਹੋਣਗੇ? ਸਰ ਇਹ ਸਭ ਤੋਂ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਜੁਡੀਸ਼ਰੀ ਦੇ ਨਾਲ ਕਿ ਅਗਰ ਉਹ ਜੈਨੂਇਨਲੀ ਵੀ ਕਿਸੇ ਨੂੰ ਕਿਸੇ ਚੀਜ਼ ਨੂੰ ਮਤਲਬ ਇਨਕਰੇਜ ਕਰਨਾ ਚਾਹਣ ਜਾਂ ਉਹਨਾਂ ਨੂੰ ਲੱਗਦਾ ਕਿ ਕੋਈ ਸਕੀਮ ਠੀਕ ਹੈ, ਫਿਰ ਵੀ ਉਹਨਾਂ ਤੇ ਡੈਫੀਨੇਟਲੀ ਬੜੀ ਵਾਰ ਐਲੀਗੇਸ਼ਨਸ ਲੱਗ ਜਾਂਦੇ। ਲੇਕਿਨ ਰਿਐਲਿਟੀ ਦੇ ਵਿੱਚ ਹੁੰਦਾ ਇਹ ਹੈ ਕਿ ਐਕਚੁਅਲੀ ਕੁਝ ਜੱਜਿਸ ਜਿਹੜੇ ਇਨਵੋਲਵਮੈਂਟ ਜਿਹਨਾਂ ਦੀ ਹੋ ਜਾਂਦੀ ਹੈ ਕਿ ਜਸਟ ਟੂ ਗੈਟ ਬੈਨੀਫਿਟਸ ਔਰ ਗੇਨਸ ਆਫਟਰ ਰਿਟਾਇਰਮੈਂਟ, ਉਹ ਕਈ ਵਾਰ ਗਵਰਨਮੈਂਟ ਦੇ ਹੱਕ ਦੇ ਵਿੱਚ ਜਿਹੜੇ ਫੈਸਲੇ ਕਰ ਦਿੰਦੇ ਆ। ਇਹ ਨਾ ਕਰਦੇ ਹੋਏ ਜਿਹੜੀ ਜਜਮੈਂਟ ਆਈ, ਤਾਂ ਹੀ ਕਰਕੇ ਆਈ ਐਮ ਸੋ ਹੈਪੀ, ਆਈ ਐਮ ਸੋ ਡਿਲਾਈਟਡ, ਆਈ ਐਮ ਗਲੈਡ ਕਿ ਆਈ ਐਮ ਓਵਰ ਦੀ ਟੌਪ ਆਫ ਦੀ ਵਰਲਡ ਕਿ ਵੀ ਇਹ ਜਜਮੈਂਟ ਆਈ ਹੈ। ਬਿਕੋਜ਼ ਮੈਨੂੰ ਲੱਗਦਾ ਇੱਕ ਵਨ ਆਫ ਦੀ ਸਟੈਪਸ ਹੈ ਨਾ ਕਿ ਮੇ ਬੀ ਅੱਗੇ ਕੋਈ ਹੋਰ ਓਪੋਜ਼ਿਟ ਹੋ ਆ ਜਾਏ। ਲੇਕਿਨ ਇਹ ਹੈ ਕਿ ਹਾਂ ਐਟਲੀਸਟ ਸਾਨੂੰ ਇਹ ਪਤਾ ਹੈ ਕਿ ਸੁਪਰੀਮ ਕੋਰਟ ਇਜ਼ ਦੀ ਗਾਰਡੀਅਨ ਆਫ ਦੀ ਕੌਨਸਟੀਟਿਊਸ਼ਨ। there is someone sitting there in the Supreme Court who will guard this constitution. ਸੋ ਡੈਫੀਨੇਟਲੀ ਇੱਕ ਉਹ ਚੀਜ਼ ਹੈ। ਲੇਕਿਨ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬੜੇ ਸਾਰੇ ਜੱਜਿਸ ਇੱਦਾਂ ਦੇ ਹੁੰਦੇ ਨੇ ਜੀ, ਕਹਿੰਦੇ ਐਕਸੈਪਸ਼ਨਸ ਆਰ ਆਲਵੇਜ਼ ਦੇਅਰ ਕਿ ਜਿਹੜੇ ਆਪਣੇ ਬੈਨੀਫਿਟਸ ਲਈ ਰਾਜ ਸਭਾ ਦੀ ਸੀਟਸ ਲਈ ਜਾਂ ਬਾਅਦ 'ਚ ਕੋਈ ਹੋਰ ਉਹਨਾਂ ਨੂੰ ਚੇਅਰਮੈਨਸ਼ਿਪ ਜਾਂ ਕੁਝ ਮਿਲ ਜੇ ਉਹਦੇ ਲਈ ਡੈਫੀਨੇਟਲੀ ਉਹ ਓਪੋਜ਼ਿਟ ਜਜਮੈਂਟਸ ਦੇ ਦਿੰਦੇ ਆ ਜੀ। ਸਭ ਤੋਂ ਵੱਡਾ ਐਗਜ਼ਾਮਪਲ ਰੰਜਨ ਗਗੋਈ ਜੀ ਦਾ ਹੈ ਜੀ, ਗਵਰਨਰ ਵੀ ਲੱਗਦੇ ਨੇ ਜੀ। ਸੋ ਇੱਦਾਂ ਦੀਆਂ ਰਬੜ ਸਟੈਂਪ ਵਾਲੀਆਂ ਜਿਹੜੀ ਪੋਸਟ ਹੁੰਦੀਆਂ ਜਨਰਲੀ ਉਹਦੇ ਵਿੱਚ ਇਹਨਾਂ ਨੂੰ ਬਾਅਦ 'ਚ ਭਰਤੀ ਕੀਤਾ ਜਾਂਦਾ। ਲੇਕਿਨ ਹਾਂ ਡੈਫੀਨੇਟਲੀ ਇਹ ਜੋ ਹੈ ਬਹੁਤ ਸਾਰੇ ਜੱਜਿਸ ਐਵੇਂ ਕਰਦੇ ਆ। ਤੇ ਸਾਡੇ ਕੁਝ ਲੀਗਲ ਫੈਟਰਨਿਟੀ ਵਿੱਚੋਂ ਐਡਵੋਕੇਟ ਜਿਹੜੇ ਨੇ ਸਿਰਫ ਗਵਰਨਮੈਂਟ ਦੀ ਐਡਵੋਕੇਸੀ ਕਰਦੇ ਆ, ਉਹਨਾਂ ਦੀ ਐਲੀਵੇਸ਼ਨ ਮਾਨਯੋਗ ਹਾਈ ਕੋਰਟ ਦੇ ਜੱਜ ਜਾਂ ਸੁਪਰੀਮ ਕੋਰਟ ਦੇ ਜੱਜ ਵਿੱਚ ਹੋ ਜਾਂਦੀ ਹੈ। ਇਹਦੇ ਬਾਰੇ ਚਲਦੇ ਸਰ ਬਹੁਤ ਸਾਰੇ ਮੇਰੇ ਸਾਹਮਣੇ ਬੜੇ ਸਾਰੇ ਇੱਥੇ ਦੇ ਕੇਸਿਸ ਹੋਏ ਆ ਸਰ, ਜਿਹਦੇ ਵਿੱਚ ਸਕੂਲਸ, ਕਾਲਜਿਸ, ਯੂਨੀਵਰਸਿਟੀਜ਼ ਹੈ ਨਾ, ਬੜੇ ਮਤਲਬ ਬਿਜ਼ਨਸਮੈਨ ਹੀ ਹੋ ਗਏ ਇੱਕ ਤਰ੍ਹਾਂ ਹੈ ਨਾ, ਜਿਹੜੇ ਇੰਡਸਟਰੀ ਐਜੂਕੇਸ਼ਨ ਇੰਡਸਟਰੀ ਚਲਾ ਰਹੇ ਆ, ਉੱਦਾਂ ਦੇ ਲੋਕਾਂ ਤੋਂ ਵਿਕ ਜਾਂਦੇ ਆ ਜੀ। ਬੜੀ ਵਾਰੀ ਗਵਰਨਮੈਂਟ ਦੇ ਹੱਕ ਦੇ ਵਿੱਚ ਜਿਹੜੀ ਰੇਨਿੰਗ ਗਵਰਨਮੈਂਟ ਹੁੰਦੀ ਹੈ ਵੀ ਚਲੋ ਵੀ ਸਿਟਿੰਗ ਆਮ ਆਦਮੀ ਪਾਰਟੀ ਚੱਲ ਰਹੀ ਹੈ ਜਾਂ ਸਿਟਿੰਗ ਬੀਜੇਪੀ ਚੱਲ ਰਹੀ ਹੈ, ਉਹਦੇ ਮੁਤਾਬਿਕ ਜਿਹੜਾ ਜਜਮੈਂਟਸ ਇੱਥੇ ਪਾਸ ਹੁੰਦੀ ਹੈ। ਇਹ ਬਹੁਤ ਕਾਮਨ ਹੈ ਸਰ ਇੱਥੇ, ਔਰ ਕਰਪਸ਼ਨ ਡੈਫੀਨੇਟਲੀ ਪ੍ਰੀਵੇਲ ਕਰ ਰਹੀ ਹੈ ਜੀ ਜੁਡੀਸ਼ਰੀ 'ਚ। ਆਈ ਟੋਟਲੀ ਅਗਰੀ, ਔਰ ਮੈਂ ਇਸ ਵੀਡੀਓ ਦੇ ਮਾਧਿਅਮ ਤੋਂ ਲੋਕਾਂ ਨੂੰ ਦੱਸਣਾ ਚਾਹੂੰਗੀ ਕਿ ਯੂ ਡੋਂਟ ਨੋ ਦੀ ਰਿਐਲਿਟੀ ਇੱਥੇ ਕੀ ਹੁੰਦਾ ਹੈ ਦਿੱਲੀ ਹਾਈ ਕੋਰਟਸ ਦੇ ਵਿੱਚ, ਕਿ ਕਿਵੇਂ ਜਿਹੜਾ ਹੈ ਰਾਈਸ ਮਿਲਰਸ ਐਕਸੈਟਰਾ ਪਤਾ ਨਹੀਂ ਕੌਣ ਲੋਕ ਜਿਹੜਾ ਹੈ ਦੇ ਜਸਟ ਬਾਏ ਜੱਜਿਸ। 5 ਮਾਨਯੋਗ ਸੁਪਰੀਮ ਕੋਰਟ ਦੇ ਜੱਜ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਡੈਮੋਕ੍ਰੇਸੀ ਨੂੰ ਬਚਾਉਣ ਦੀ ਖਾਤਰ, ਕੌਨਸਟੀਟਿਊਸ਼ਨ ਨੂੰ ਬਚਾਉਣ ਦੀ ਖਾਤਰ, ਟਰਾਂਸਪੇਰੈਂਸੀ ਲਿਆਉਣ ਦੀ ਖਾਤਰ ਇਹ ਇੱਕ ਲੈਂਡ ਮਾਰਕਿੰਗ ਜਜਮੈਂਟ ਦਿੱਤੀ ਹੈ 2024 ਦੇ ਵਿੱਚ ਸ਼ੁਰੂਆਤ ਵਿੱਚ। ਪਰ ਇੱਕ ਬੇਨਤੀ ਨਾਲ ਇਹ ਵੀ ਹੈ ਕਿ ਕੀ ਇਹਦੀ ਰਿਵਿਊ ਪਟੀਸ਼ਨ ਆ ਸਕਦੀ ਹੈ ਜਾਂ ਨਹੀਂ ਆ ਸਕਦੀ, ਇਸ ਦੇ ਬਾਰੇ ਕੁਝ ਕਹੋਗੇ? ਰਿਵਿਊ ਪਟੀਸ਼ਨ ਫॉर the general public at large and for the government, these are two different concepts ਜਾਂ ਕੀ ਹੈ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਸਰ। ਡੈਫੀਨੇਟਲੀ ਦੇਖੋ ਰਿਵਿਊ ਆ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਰਾਈਟ ਹੈ ਸਾਡਾ ਚੈਲੰਜ ਕਰਨ ਦਾ ਕੋਈ ਵੀ ਚੀਜ਼, ਜਿਵੇਂ ਐਕਟ ਵੀ ਸਕੀਮ ਵੀ ਚੈਲੰਜ ਹੋਈ ਹੈ, ਇਹ ਵੀ ਸਭ ਤੋਂ ਸਾਡਾ ਫੰਡਾਮੈਂਟਲ ਰਾਈਟ ਹੈ। ਆਰਟੀਕਲ 32 ਸੇਜ਼ ਦੈਟ ਯੂ ਹੈਵ ਕਨਸਟੀਟਿਊਸ਼ਨਲ ਰੈਮੇਡੀ। ਉਸ ਤੋਂ ਇਲਾਵਾ ਜੇ ਰਿਵਿਊ ਵੀ ਫਾਈਲ ਕਰਦੇ, ਇਫ ਯੂ ਆਰ ਨਾਟ ਹੈਪੀ ਵਿਦ ਸਮਥਿੰਗ, ਅਪੀਲ ਜਾਂ ਰਿਵਿਊ ਜਿਹੜੀ ਵੀ ਆਪਣੀ ਹੁੰਦੀ ਹੈ, ਹਮੇਸ਼ਾ ਐਪੀਲੇਟ ਅਥਾਰਟੀ ਦੇ ਕੋਲ ਪਾਵਰ ਹੁੰਦੀ ਹੈ ਟੂ ਰਿਵਾਈਜ਼ ਇਟ, ਹੈ ਨਾ, ਅਗਰ ਤੋਂ ਇਫ ਯੂ ਆਰ ਨਾਟ ਹੈਪੀ ਵਿਦ ਦ ਡਿਸੀਜਨ। ਹੁਣ ਇਸ ਕੇਸ ਦੇ ਵਿੱਚ ਮੈਨੂੰ ਜੋ ਲੱਗਦਾ ਹੈ ਉਹ ਇਹ ਹੈ ਕਿ ਡੈਫੀਨੇਟਲੀ ਗਵਰਨਮੈਂਟ ਚੁੱਪ ਕਰਕੇ ਤਾਂ ਨਹੀਂ ਬੈਠਣ ਤੋਂ ਰਹੀ, ਠੀਕ ਹੈ ਜੀ। ਉਹ ਕੋਈ ਨਵੇਂ ਲੈਜਿਸਲੇਸ਼ਨ ਵੀ ਪਾਸ ਕਰ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈ, ਉਹਨੂੰ ਦੁਬਾਰਾ ਚੈਲੰਜ ਕੀਤਾ ਜਾ ਸਕਦਾ ਹੈ। ਬਟ ਅਗੇਨ ਕਹਿੰਦੇ ਕਿ ਜਿਹੜੇ ਚੈਸ ਦੇ ਹੁੰਦਾ ਸ਼ੈ ਔਰ ਮਾਤ, ਡੈਫੀਨੇਟਲੀ ਉਹਨਾਂ ਕੋਲ ਵੀ ਕੋਈ ਨਾ ਕੋਈ ਤਰੀਕਾ ਹੋਏਗਾ ਕਿ ਇਹਨੂੰ ਕਿੱਦਾਂ ਮਾਤ ਪਾਈ ਜਾਏ ਜਾਂ ਇਸ ਡਿਸੀਜਨ 'ਤੇ ਸਟੇ ਲਿੱਤਾ ਜਾਵੇ, ਠੀਕ ਹੈ ਜੀ, ਕਿ ਰਿਵਿਊ ਪਾਈਏ ਅਸੀਂ। ਮੀਨਵਾਈਲ ਜਿਹੜਾ ਹੈ ਇਹਦੀ ਐਪਲੀਕੇਬਿਲਿਟੀ ਆਫ ਦਿਸ ਡਿਸੀਜਨ ਜਿਹੜੀ ਹੈ ਤੇ ਸਟੇ ਲਗਾਇਆ ਜਾਵੇ। ਸਭ ਤੋਂ ਇੰਪੋਰਟੈਂਟ ਗੱਲ, ਇਲੈਕਸ਼ਨਸ ਬਿਲਕੁਲ ਸਿਰ 'ਤੇ ਹੈ, ਸੋ ਡੈਫੀਨੇਟਲੀ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਸਟੈਪ ਜ਼ਰੂਰ ਆਏਗਾ। ਦੂਸਰੀ ਗੱਲ, ਆਲਰੇਡੀ 2 ਟਰਮਸ ਲਈ ਬੀਜੇਪੀ ਜਿਹੜਾ ਹੈ ਰਹਿ ਚੁੱਕੀ ਹੈ ਸੀਟ ਦੇ ਉੱਤੇ, ਤਾਂ ਮੈਨੂੰ ਲੱਗਦਾ ਆਲਰੇਡੀ ਇੰਨਾ ਪੈਸਾ ਇਕੱਠਾ ਕਰ ਚੁੱਕੀ ਹੈ ਕਿ ਇਹਨਾਂ ਲਈ ਮਾਇਨੇ ਨਹੀਂ ਰੱਖਦਾ ਕਿ ਇਹ ਜਿਹੜਾ ਸੋ ਕਾਲਡ ਲੀਗਲਾਈਜ਼ਡ ਵੇ ਆਫ ਜਿਹੜਾ ਧਾਂਦਲੀ ਸੀਗਾ ਉਹਨਾਂ ਨਾਲ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਫਰਕ ਪੈਣਾ, ਠੀਕ ਹੈ। ਲੇਕਿਨ ਇਹ ਕਿ ਹਾਂ ਇੱਕ ਫੁੱਲ ਸਟਾਪ ਤਾਂ ਲੱਗਿਆ, ਕੋਈ ਸਟੈਪ ਤਾਂ ਕਿਤੋਂ ਸਟਾਰਟ ਹੋਇਆ। ਜੁਡੀਸ਼ਰੀ ਜਿਹੜੀ ਕਿ ਹਮੇਸ਼ਾ ਮੰਨੀ ਗਈ ਹੈ ਕਿ ਸ਼ੁੱਡ ਬੀ ਦੀ ਵਾਚ ਡੌਗ
ਹੈ ਨਾ, ਟੂ ਸੀ ਕਿ ਗਵਰਨਮੈਂਟ ਕੀ ਕਰ ਰਹੀ ਹੈ ਜਾਂ ਨਹੀਂ, ਉਹ ਉਹਨਾਂ ਨੇ ਡੈਫੀਨੇਟਲੀ ਕੀਤਾ ਹੈ, ਬਹੁਤ ਅੱਛੀ ਗੱਲ ਹੈ। ਪਲੱਸ ਇਹ ਜੱਜਿਸ ਦੀ ਨਾ ਓਥ, ਅਸੀਂ ਸਾਰੇ ਨਾ ਵਕੀਲ ਹਮੇਸ਼ਾ ਉਹਨਾਂ ਦੀ ਓਥ ਤੇ ਪਹੁੰਚਦੇ, ਪਰ ਪਤਾ ਨਹੀਂ ਕੌਣ ਧਿਆਨ ਨਾਲ ਓਥ ਸੁਣਦਾ ਹੈ ਜਾਂ ਨਹੀਂ। ਮੈਂ ਬਹੁਤ ਧਿਆਨ ਨਾਲ ਓਥ ਸੁਣੀ ਹੈ, ਤੇ ਮੈਨੂੰ ਉਹਦੇ 'ਚ ਸਪੈਸ਼ਲੀ ਇਹ ਗੱਲ ਕਹੀ ਹੈ ਕਿ ਮੈਂ ਆਈ ਵਿਲ ਆਲਵੇਜ਼ ਹੈਵ ਐਲੀਜੈਂਸ ਟੂਵਰਡਸ ਦੀ ਕਨਸਟੀਟਿਊਸ਼ਨ ਵਿਦਾਊਟ ਫੀਅਰ ਐਂਡ ਫੇਵਰ। ਸੋ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ ਫੀਅਰ ਔਰ ਫੇਵਰ ਤੋਂ ਬਿਨਾਂ ਜਾ ਕੇ ਜਿਹੜੀ ਆ 5 ਬੈਂਚ ਜਜਮੈਂਟ, ਕਨਸਟੀਟਿਊਸ਼ਨਲ ਬੈਂਚ ਜਜਮੈਂਟ ਆਈ ਹੈ, ਇਹ ਡੈਫੀਨੇਟਲੀ ਇੱਕ ਵੈਲਕਮ ਸਟੈਪ ਹੈ। ਬਹੁਤ ਅੱਜ ਸਾਰਿਆਂ ਨੂੰ ਬਹੁਤ ਖੁਸ਼ ਹੋਣਾ ਚਾਹੀਦਾ ਦੇਸ਼ ਦੇ ਵਿੱਚ ਕਿ ਹਾਂਜੀ ਅੱਜ ਜਿਹੜਾ ਹੈ ਕਨਸਟੀਟਿਊਸ਼ਨ ਦੇ ਸਹੀ ਮਾਇਨੇ ਕਿਸੇ ਜੱਜ ਨੇ ਜਾਂ ਕਿਸੇ ਬੈਂਚ ਨੇ ਸਾਡੇ ਲਈ ਰੱਖੇ। ਕਾਮਨਾ ਕਰਦੇ ਹਾਂ ਕਿ ਇਹ ਆਈ ਵਾਸ਼ ਨਾ ਕਨਸਟੀਟਿਊਸ਼ਨ ਦਾ ਹੋਵੇ, ਨਾ ਡੈਮੋਕ੍ਰੇਸੀ ਦਾ ਹੋਵੇ, ਤੇ ਨਾ ਵੀ ਦੀ ਪੀਪਲ ਆਫ ਇੰਡੀਆ ਦਾ ਹੋਵੇ। ਗੱਲਾਂ ਇੰਨੀਆਂ ਕੁ ਦੇ ਨਾਲ ਡਾਕਟਰ ਸਾਹਿਬ ਤੋਂ ਲੈਂਦੇ ਆ ਇਜਾਜ਼ਤ। ਡਾਕਟਰ ਸਾਹਿਬ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਥੈਂਕ ਯੂ। ਇਹ ਸਨ ਗੱਲਾਂ ਜਿਹੜੀਆਂ ਕਰਨੀਆਂ ਸਨ, ਤੁਹਾਡੇ ਨਾਲ ਕਰ ਦਿੱਤੀਆਂ। ਡਾਕਟਰ ਸਾਹਿਬ ਨੇ ਆਪਣੇ ਖਿਆਲਾਂ ਦੇ ਵਿੱਚ ਜੋ ਸੀ ਉਹਨਾਂ ਦੇ ਮਨ ਦੇ ਵਿੱਚ, ਜੋ ਉਹਨਾਂ ਨੇ ਸੋਚਿਆ ਸਮਝਿਆ, ਤੁਹਾਡੇ ਨਾਲ ਕੀਤਾ ਸਾਂਝਾ। ਆਪਣਾ ਫੀਡਬੈਕ ਦੇਣਾ। ਐਡਵੋਕੇਟ ਜਗਮੋਹਨ ਸਿੰਘ ਭੱਟੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਇਸ ਵੀਡੀਓ ਨੂੰ ਹਰ ਪੋਲੀਟੀਕਲ ਪਾਰਟੀ ਦੇ ਕਾਰਿਆਕਰਤਾ ਦਾ ਹੱਥ 'ਚ ਪਹੁੰਚਾ ਦੇਣਾ, ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਬਣੀ ਰਵੇ।